ਹੱਥਾਂ 'ਚ ਰਿਮੋਟ ਤੇ ਹਵਾ 'ਚ ਉੱਡਦੇ ਖਿਡੌਣੇ। ਪਰ ਇਹ ਜਿਹੜੇ ਖਿਡੌਣੇ ਨੇ ਆਮ ਖਿਡੌਣੇ ਨਹੀਂ ਹੈਗੇ ਕਿ ਤੁਸੀਂ ਰਿਮੋਟ ਨੱਪਿਆ ਤੇ ਉਧਰ ਡਰੋਨ ਉੱਡ ਰਿਹਾ ਤੇ ਬਸ ਗੱਲ ਖਤਮ ਹੋ ਗਈ। ਮੁੰਡਾ ਇੱਕ ਟੈਕਸੀ ਚਲਾਉਂਦਾ ਸੀ, ਬਹੁਤ ਕੁਛ ਕੀਤਾ ਉਹਨੇ ਤੇ ਅੱਜ ਉਹ ਪੁਲਿਸੀਆਂ ਨੂੰ ਤੇ ਫੌਜੀਆਂ ਨੂੰ ਡਰੋਨ ਉਡਾਉਣਾ ਸਿਖਾ ਰਿਹਾ। आई प्राउडली से कि मैं वो भी कम किया तो ये भी कम कर रहा है, तो कोई भी कम छोटा बड़ा नहीं होंदा। ਜਿਹੜੇ ਟਾਰਗੇਟਸ ਹੈ ਉਹਨਾਂ ਨੂੰ ਟਰੈਕ ਕਰ ਸਕਦੇ ਹੋ, ਕੋਈ ਜਿਵੇਂ ਲਾਰਜ ਸਕੇਲ ਐਕਟੀਵਿਟੀ ਹੈ ਕਿਵੇਂ ਮੋਨੀਟਰ ਕਰ ਸਕਦੇ ਹੋ, ਜਾਂ ਕੋਈ ਸਸਪੈਕਟ ਹੈ ਜੇ ਪੁਲਿਸ ਵਾਲੇ ਨੂੰ ਲੱਗਦਾ ਹੈ ਵੀ ਦਿਸ ਇਜ਼ ਦਾ ਪਾਰਟਿਕੂਲਰ ਸਸਪੈਕਟ ਕਿ ਕੋਈ ਗਲਤ ਗਤੀਵਿਧੀ ਕਰ ਸਕਦਾ ਹੈ, ਉਹਨੂੰ ਮੋਨੀਟਰ ਕਰਿਆ ਜਾ ਸਕਦਾ ਹੈ। ਤੁਸੀਂ ਡਰੋਨ ਦੇ ਅੰਦਰ ਦਿਮਾਗ ਕਿਸ ਤਰ੍ਹਾਂ ਫਿੱਟ ਕੀਤਾ ਹੈ? ਡਿਪੈਂਡ ਕਰਦਾ ਹੈ ਵੀ ਅਸੀਂ ਕਿਸ ਮਸ਼ੀਨਰੀ ਨੂੰ ਕਿਹੜੇ ਪਾਸੇ ਯੂਜ਼ ਕਰਨਾ ਹੈ। ਫੋਰ ਐਗਜ਼ਾਮਪਲ ਐਗਰੀਕਲਚਰ ਪਰਪਸ ਦੇ ਲਈ ਜੇ ਅਸੀਂ ਯੂਜ਼ ਕਰਦੇ ਸਪ੍ਰਿੰਗ ਪਰਪਸ ਆ ਗਿਆ, ਪੈਸਟਰਾਈਜ਼ ਸਪ੍ਰਿੰਗ ਆ ਗਿਆ, ਡਿਫੈਂਸ ਪੁਲਿਸ ਤੇ ਜਿਵੇਂ ਆਪਾਂ ਕਹਿ ਸਕਦੇ 에ਅਰ ਫੋਰਸ ਲਈ ਉਹਨਾਂ ਦਾ ਪਰਪਸ ਹੈਗਾ ਏਰੀਅਲ ਸਰਵੇਲੈਂਸ ਕਰਨਾ, ਮੋਨੀਟਰਿੰਗ ਕਰਨਾ। ਨੌਜਵਾਨ ਜਿਹੜਾ ਹੈ ਇਹ ਇਸ ਨੂੰ ਐਜ਼ ਅ ਜੌਬ ਜਾਂ ਐਜ਼ ਅ ਪ੍ਰੋਫੈਸ਼ਨ ਵੀ ਕੈਰੀ ਕਰ ਸਕਦੇ ਆ, ਤੇ ਜੇ ਕੈਰੀ ਕਰ ਸਕਦੇ ਆ ਤਾਂ ਕਿੰਨਾ ਕੁ ਪੈਸਾ ਹੈ? ਮੈਂ ਜਿਹੜੇ ਛੋਟੇ ਬੱਚੇ ਹੈ 3rd ਕਲਾਸ 4th ਕਲਾਸ ਔਨਵਰਡ ਉਹ ਇਸ ਤੋਂ ਸਟਾਰਟ ਕਰ ਸਕਦੇ ਹੈ। ਪੈਸਾ ਵੀ ਹੈ ਮੈਮ, ਬਹੁਤ ਜ਼ਿਆਦਾ ਪੈਸਾ ਹੈ, ਅਰਨਿੰਗ ਹੈਗੀ ਹੈ, ਵਧੀਆ ਅਰਨਿੰਗ ਹੈਗੀ ਹੈ। ਰੈਡ ਜ਼ੋਨ ਮੀਨ ਟੂ ਸੇ ਦੈਟ ਤੁਸੀਂ ਡਰੋਨ ਬਿਲਕੁਲ ਵੀ ਫਰਾਈ ਨਹੀਂ ਕਰਨਾ। ਓਕੇ। ਜਦੋਂ ਇੰਨੀਆਂ ਤਾਰਾਂ ਹੁੰਦੀਆਂ ਕਿੰਨਾ ਕੁ ਡਿਫਿਕਲਟ ਲੱਗਦਾ ਕਿ ਵੀ ਇੱਥੋਂ ਅਸੀਂ ਮੂਵ ਕਰ ਸਕੀਏ ਡਰੋਨ ਨੂੰ? ਪ੍ਰੋਪਰ ਅਸੀਂ ਡਰੋਨ ਨੂੰ ਇੱਕ ਟੋਏ ਨਾ ਸਮਝ ਕੇ, ਮਸ਼ੀਨਰੀ ਸਮਝ ਕੇ, ਲਾਈਕ ਆ ਵਹੀਕਲ, ਕਾਰ, ਪਲੇਨ, ਇਟਸ ਆਲਸੋ ਅ 에ਅਰਕ੍ਰਾਫਟ ਸਮਝ ਕੇ ਜੇ ਆਪਾਂ ਫਲਾਈ ਜਿਵੇਂ ਰੋਡ ਤੇ ਟੋਏ ਹੈਗੇ ਆ road ਤੇ ਗੱਡੀ ਚੱਲਦੀ ਹੈ, ਉਵੇਂ ਉੱਪਰ ਤਾਰਾਂ ਹੈਗੀਆਂ ਅਸਮਾਨ 'ਚ, ਤਾਂ ਵੀ ਡਰੋਨ ਜਿਹੜਾ ਚੱਲਦਾ ਹੈ ਮੈਮ। ਡਰੋਨ ਵਿਦਆਊਟ ਐਕਸੀਡੈਂਟ। ਬਿਲਕੁਲ ਮੈਮ, ਜਿਵੇਂ ਗੱਡੀ 5 ਲੱਖ ਰੁਪਏ ਤੋਂ ਲੈ ਕੇ 50 ਲੱਖ ਦੀ ਹੈਗੀ ਹੈ, 5 ਕਰੋੜ ਦੀ ਹੈ, ਉਸ ਤਰ੍ਹਾਂ ਹੀ ਡਰੋਨ 1 ਲੱਖ ਰੁਪਏ ਤੋਂ ਲੈ ਕੇ 1 ਕਰੋੜ 2 ਕਰੋੜ ਤੱਕ ਦੇ ਵੀ ਡਰੋਨਸ ਹੈਗੇ ਆ। ਹੱਥਾਂ 'ਚ ਰਿਮੋਟ ਤੇ ਹਵਾ 'ਚ ਉੱਡਦੇ ਖਿਡੌਣੇ ਕਿੰਨਾ ਫੈਸੀਨੇਟ ਕਰਦੇ ਨੇ ਨਾ। ਪਰ ਇਹ ਜਿਹੜੇ ਖਿਡੌਣੇ ਨੇ ਆਮ ਖਿਡੌਣੇ ਨਹੀਂ ਹੈਗੇ ਕਿ ਤੁਸੀਂ ਰਿਮੋਟ ਨੱਪਿਆ ਤੇ ਉਧਰ ਡਰੋਨ ਉੱਡ ਰਿਹਾ ਤੇ ਬਸ ਗੱਲ ਖਤਮ ਹੋ ਗਈ। ਤੁਹਾਨੂੰ ਪਤਾ ਹੈ ਕਿ ਜਿਹੜੀਆਂ ਸੁਰੱਖਿਆ ਏਜੰਸੀਜ਼ ਹੁੰਦੀਆਂ ਨੇ, ਫੌਜੀ ਹੁੰਦੇ ਨੇ, ਪੁਲਿਸ ਹੁੰਦੇ ਨੇ, ਉਹ ਕਿਸ ਤਰ੍ਹਾਂ ਨਾਲ ਨਿਗਰਾਨੀ ਰੱਖਦੇ ਨੇ ਅੱਜ ਕੱਲ੍ਹ ਡਰੋਨ ਤੋਂ, ਤੇ ਜਿਹੜੇ ਨਾਪਾਕ ਮਨਸੂਬੇ ਰੱਖਦੇ ਨੇ ਉਹਨਾਂ ਵਾਸਤੇ ਵੀ ਡਰੋਨ ਜਿਹੜਾ ਹੈਗਾ ਅੱਜ ਕੱਲ੍ਹ ਉਹਨਾਂ ਵਾਸਤੇ ਵੀ ਨਵੀਂ ਟੈਕਨੀਕ ਜਿਹੜੀ ਆ ਬਣੀ ਹੋਈ ਹੈ ਜਿਸ ਦਾ ਉਹ ਇਸਤੇਮਾਲ ਕਰਦੇ ਨੇ। ਪਰ ਇੱਥੇ ਅਸੀਂ ਚੰਗੇ ਇਸਤੇਮਾਲ ਦੀ ਗੱਲ ਕਰਨੀ ਹੈਗੀ ਆ, ਇੱਥੇ ਅਸੀਂ ਡਰੋਨ ਦੀ ਗੱਲ ਕਰ ਰਹੇ ਹਾਂ। ਬੜੀ ਖਾਸ ਜਗ੍ਹਾ 'ਤੇ ਤੁਹਾਨੂੰ ਲੈ ਕੇ ਆਏ ਹਾਂ, ਤਸਵੀਰਾਂ ਤੁਸੀਂ ਲਗਾਤਾਰ ਦੇਖ ਹੀ ਰਹੇ ਹੋ। ਇੱਥੇ ਜਿਹੜਾ CID ਹੈਗਾ, CID ਕੌਣ? CID ਹੈ ਚੰਡੀਗੜ੍ਹ ਇੰਸਟੀਚਿਊਟ ਆਫ ਡਰੋਨਸ। ਇਹ ਇੱਥੇ ਐਜੂਕੇਸ਼ਨ ਇੰਸਟੀਚਿਊਟ ਹੈਗਾ। ਇੱਥੇ ਤੁਹਾਨੂੰ ਡਰੋਨ ਉਡਾਉਣ ਦੀ ਟ੍ਰੇਨਿੰਗ ਜਿਹੜੀ ਆ ਉਹ ਦਿੱਤੀ ਜਾਂਦੀ ਹੈਗੀ ਆ। ਤੇ ਟ੍ਰੇਨਿੰਗ ਇਹ ਨਹੀਂ ਕਿ ਸਿਰਫ ਬੱਚਿਆਂ ਨੂੰ ਦਿੱਤੀ ਜਾਂਦੀ ਆ, ਪੁਲਿਸ ਵਾਲਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ, ਇੱਥੇ ਫੌਜੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਕਿ ਕਿੰਨਾ ਉੱਚੇ ਤੱਕ ਤੁਸੀਂ ਡਰੋਨ ਜਿਹੜਾ ਹੈ ਤੇ ਕਿੱਥੋਂ ਤੱਕ ਲੈ ਕੇ ਜਾਣਾ ਹੈਗਾ। ਜ਼ਾਹਰ ਤੌਰ ਤੇ ਕਿਉਂਕਿ ਕਾਨੂੰਨ ਬਹੁਤ ਕੁਝ ਕਹਿੰਦਾ ਹੈਗਾ ਡਰੋਨਸ ਬਾਰੇ, ਇੱਥੇ ਕਿਵੇਂ ਸਿਖਾਉਂਦੇ ਨੇ, ਕੀ ਸਿਖਲਾਈ ਦਿੱਤੀ ਜਾਂਦੀ ਹੈ, ਤੇ ਹੁਣ ਤਾਂ ਮੈਨੂਫੈਕਚਰ ਵੀ ਕਰਦੇ ਨੇ। ਯਾਨੀ ਡਰੋਨਸ ਦਾ ਇਹ ਜਿਹੜਾ ਸਾਰਾ ਕੁਝ ਟੈਕਨੀਕਲ ਸਿਸਟਮ ਆ ਨਾ, ਆਪ ਬਣਾਉਂਦੇ ਨੇ। ਸਾਡੇ ਨਾਲ ਸਨੀ ਕੁਮਾਰ ਨੇ, MD ਨੇ, ਫਾਊਂਡਰ ਨੇ, ਗੱਲ ਕਰਦੇ ਆ। ਬਹੁਤ ਬਹੁਤ ਸਵਾਗਤ ਹੈ ਸਨੀ। ਥੈਂਕ ਯੂ ਮੈਮ, ਸਤਿ ਸ਼੍ਰੀ ਅਕਾਲ ਜੀ, ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਨੀ ਜੀ, ਆਪਾਂ ਡਰੋਨਸ ਦੀ ਗੱਲ ਕਰਦੇ ਹਾਂ ਤੇ ਦੇਖ ਕੇ ਸਾਨੂੰ ਨਾ ਬੜਾ ਲੱਗਦਾ ਹੈ, ਬੜੀ ਐਕਸਾਈਟਮੈਂਟ ਹੁੰਦੀ ਆ। ਉਹ ਹਵਾ 'ਚ ਉੱਡ ਰਿਹਾ, ਰਿਮੋਟ ਸਾਡੇ ਹੱਥ 'ਚ ਹੈ, ਤੇ ਬਟ ਅਦਰਵਾਈਜ਼ ਇਹਦਾ ਜਿਹੜਾ ਪਰਪਸ ਹੈ ਉਸ ਤੋਂ ਕਿਤੇ ਜ਼ਿਆਦਾ ਵੱਡਾ ਹੈ, ਫੈਸੀਨੇਸ਼ਨ ਤੋਂ ਕਿਤੇ ਜ਼ਿਆਦਾ ਵੱਡਾ ਹੈ। ਫਿਰ ਤੁਸੀਂ ਮਤਲਬ ਕਹਿੰਦੇ ਆ ਵੀ ਜਿਹੜੇ ਲੋਕਾਂ ਨੂੰ ਟ੍ਰੇਨਿੰਗ ਦਿੰਦੇ ਆ, ਤੁਸੀਂ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਹੋ, ਪੁਲਿਸੀਆਂ ਨੂੰ, ਫੌਜੀਆਂ ਨੂੰ? ਹਾਂਜੀ ਬਿਲਕੁਲ ਦਿੰਦੇ ਹਾਂ ਜੀ, ਬਿਲਕੁਲ ਦਿੰਦੇ ਹਾਂ। ਕਿਸ ਤਰ੍ਹਾਂ ਟ੍ਰੇਨਿੰਗ ਹੁੰਦੀ ਹੈ? ਟ੍ਰੇਨਿੰਗ ਜੀ ਡਿਪੈਂਡ ਕਰਦਾ ਹੈ ਰਿਕੁਆਇਰਮੈਂਟ ਦੇ ਉੱਪਰ। ਪੁਲਿਸ ਵਾਲਿਆਂ ਦੇ ਡਿਫਰੈਂਟ ਹੈਗੇ, ਉਹ ਲਾਅ ਐਂਡ ਇਨਫੋਰਸਮੈਂਟ ਵਾਸਤੇ ਡਰੋਨ ਯੂਜ਼ ਕਰਦੇ ਹੈ। ਲਾਅ ਐਂਡ ਇਨਫੋਰਸਮੈਂਟ ਵਾਸਤੇ ਕੋਈ ਲਾਰਜ ਸਕੇਲ ਐਕਟੀਵਿਟੀਜ਼ ਹੈਗੀ ਹੈ, ਧਰਨਾ ਪ੍ਰਦਰਸ਼ਨ ਹੈਗਾ, ਉੱਥੇ ਵੀਡੀਓਗ੍ਰਾਫੀ ਕਰਨੀ ਹੈ ਜਾਂ ਕੋਈ ਅਨਾਊਂਸਮੈਂਟ ਕਰਨੀ ਹੈ ਜਾਂ ਸਸਪੈਕਟ ਆਈਡੈਂਟੀਫਾਈ ਕਰਨੇ ਆ, ਤੇ ਉਹਨਾਂ ਨੂੰ ਉਸ ਡਰੋਨ ਦੀ ਪ੍ਰੋਪਰ ਟ੍ਰੇਨਿੰਗ ਪ੍ਰੋਵਾਈਡ ਕੀਤੀ ਜਾਂਦੀ ਹੈ। ਕਿਵੇਂ ਇਹ ਡਰੋਨ ਆਪਰੇਟ ਹੁੰਦਾ ਹੈ, ਕਿਵੇਂ ਤੁਸੀਂ ਆਪਣੇ ਜਿਹੜੇ ਟਾਰਗੇਟਸ ਹੈ ਉਹਨਾਂ ਨੂੰ ਟਰੈਕ ਕਰ ਸਕਦੇ ਹੋ, ਕੋਈ ਜਿਵੇਂ ਲਾਰਜ ਸਕੇਲ ਐਕਟੀਵਿਟੀ ਹੈ ਕਿਵੇਂ ਮੋਨੀਟਰ ਕਰ ਸਕਦੇ ਹੋ, ਜਾਂ ਕੋਈ ਸਸਪੈਕਟ ਹੈ ਜੇ ਪੁਲਿਸ ਵਾਲੇ ਨੂੰ ਲੱਗਦਾ ਹੈ ਵੀ ਦਿਸ ਇਜ਼ ਦਾ ਪਾਰਟਿਕੂਲਰ ਸਸਪੈਕਟ ਕਿ ਕੋਈ ਗਲਤ ਗਤੀਵਿਧੀ ਕਰ ਸਕਦਾ ਹੈ, ਉਹਨੂੰ ਮੋਨੀਟਰ ਕਰਿਆ ਜਾ ਸਕਦਾ ਹੈ। ਇਸ ਤਰੀਕੇ ਨਾਲ ਅਸੀਂ ਡਿਫਰੈਂਟ ਡਰੋਨਸ ਦੀ ਟ੍ਰੇਨਿੰਗ ਪੁਲਿਸ ਪਰਸਨਸ ਨੂੰ ਦਿੰਦੇ ਹਾਂ।
ਤੇ ਜਿਹੜੇ ਫੌਜੀ ਵੀ ਯੂਜ਼ ਕਰਦੇ ਹੈਗੇ ਆ, ਕਿਉਂਕਿ ਉਹਨਾਂ ਨੇ ਵੀ ਬਹੁਤ ਕੁਝ ਟ੍ਰੇਸਿੰਗ ਕਰਨੀ ਹੁੰਦੀ ਹੈ। ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਡਰੋਨਸ ਜਿਹੜੇ ਨੇ ਉਹ ਪਾਕਿਸਤਾਨ ਵੱਲੋਂ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਉੱਡ ਕੇ ਇੱਧਰ ਨੂੰ ਆਏ ਹੈਗੇ ਆ। ਸੋ ਮੈਨੂੰ ਲੱਗਦਾ ਹੈ ਕਿ ਇਹਦਾ ਪਰਪਸ ਜਿਹੜਾ ਹੈ, ਇਹ ਬਹੁਤ ਲੋਕ ਨੈਗੇਟਿਵ એનર્ਜੀਜ਼ ਵੀ ਯੂਜ਼ ਕਰ ਰਹੇ ਹੈਗੇ ਆ, ਨੈਗੇਟਿਵ ਤਰੀਕੇ ਦੇ ਨਾਲ ਇਸਤੇਮਾਲ ਕਰ ਰਹੇ ਹੈਗੇ ਆ, ਯਾਨੀ ਐਂਟੀ ਸੋਸ਼ਲ ਐਲੀਮੈਂਟਸ ਜਿਹੜੇ ਹੈਗੇ ਨੇ ਉਹ ਕਿਤੇ ਨਾ ਕਿਤੇ ਡਰੋਨਸ ਨੂੰ ਆਪਣਾ ਵੱਡਾ ਹਥਿਆਰ ਬਣਾ ਕੇ ਉਹ ਕੋਸ਼ਿਸ਼ ਕਰ ਰਹੇ ਆ ਕਿ ਕਿਤੇ ਨਾ ਕਿਤੇ ਭੜਥੂ ਪਾਇਆ ਜਾਏ। ਮੈਮ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਜਿਹੜੇ ਤੁਸੀਂ ਕਹਿ ਰਹੇ ਹੋ ਵੀ ਬਾਰਡਰ ਸਿਕਿਉਰਿਟੀਜ਼ ਏਰੀਆ ਦੇ ਵਿੱਚ ਡਰੋਨਸ ਆਉਂਦੇ ਆ, ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੱਸਾਂਗੇ ਜਿਹੜੇ ਸਾਡੇ ਆਰਮੀ ਪਰਸਨਸ ਹੈਗੇ ਆ, ਡਿਫੈਂਸ ਪਰਸਨਸ ਹੈਗੇ ਆ, ਇਹਨਾਂ ਦਾ ਯੂਜ਼ ਡਿਫਰੈਂਟ ਹੈਗਾ ਬਾਰਡਰ ਪੈਟਰੋਲਿੰਗ ਵਾਸਤੇ, ਏਰੀਅਲ ਸਰਵੇਲਾਂਸ ਵਾਸਤੇ, ਪੇਲੋਡ ਕੈਰਿੰਗ ਡਰੋਨ ਨੂੰ ਕੈਪਚਰ ਕਰਨ ਵਾਸਤੇ। ਤੇ ਅੱਜ ਦੀ ਡੇਟ ਦੇ ਵਿੱਚ ਸਾਡੀ ਸਿਕਿਉਰਿਟੀ ਫੋਰਸਿਸ BSF ਹੋ ਗਏ ਹੈ ਜਾਂ ਆਰਮੀ ਸਾਡੇ ਹੈਗੇ ਆ ਜਿਹੜੀ ਬਾਰਡਰ ਤੇ ਤੈਨਾਤ ਹੈਗੇ, ਉਹਨਾਂ ਦੇ ਕੋਲ ਲੇਟੈਸਟ ਟੈਕਨੋਲੋਜੀ ਦੇ ਡਰੋਨ ਹੈਗੇ ਆ। ਤੇ ਕੋਈ ਵੀ ਐਂਟੀ ਟੈਰਰ ਆਪਰੇਸ਼ਨ ਵਾਸਤੇ ਡਰੋਨ ਯੂਜ਼ ਕਰਨਾ ਚਾਹੁੰਦਾ ਤਾਂ ਇੰਨਾ ਆਸਾਨ ਨਹੀਂ ਹੈਗਾ। ਦੇ ਕੈਨ ਈਜ਼ੀਲੀ ਕੈਚ ਦੈਟ ਪਾਰਟਿਕੂਲਰ ਡਰੋਨ। ਇਸ ਤਰ੍ਹਾਂ ਦੀ ਟੈਕਨੋਲੋਜੀ ਸਾਡੇ ਕੋਲ ਹੈਗੀ ਹੈ, ਅਸੀਂ ਉਹਨਾਂ ਨੂੰ ਡਰੋਨ ਨੂੰ ਕੈਚ ਕਰ ਸਕਦੇ ਹਾਂ ਤੇ ਜਿਹੜੇ ਵੀ ਉਹਨਾਂ ਦੇ ਮਨਸੂਬੇ ਅਸੀਂ ਕਾਮਯਾਬ ਨਹੀਂ ਹੁੰਦੇ। ਪਹਿਲਾਂ ਤੁਸੀਂ ਸਿਰਫ ਡਰੋਨ ਦੀ ਟ੍ਰੇਨਿੰਗ ਦਿੰਦੇ ਸੀ, ਹੁਣ ਤੁਸੀਂ ਆਪ ਬਣਾਉਂਦੇ ਵੀ ਹੋ। ਟੈਕਨੋਲੋਜੀ ਕਿੰਨੀ ਜ਼ਿਆਦਾ ਹਾਈ ਹੈ? ਜਿਵੇਂ ਤੁਸੀਂ ਕਿਹਾ ਕਿ ਤੁਸੀਂ ਡਰੋਨ ਦੇ ਅੰਦਰ ਦਿਮਾਗ ਕਿਸ ਤਰ੍ਹਾਂ ਫਿੱਟ ਕੀਤਾ ਹੈ? ਮੈਮ ਡਰੋਨ ਦੇ ਅੰਦਰ ਇਹਦੇ ਵਿੱਚ ਫਲਾਈਟ ਕੰਟਰੋਲਰ ਹੁੰਦਾ। ਸਭ ਤੋਂ ਪਹਿਲਾਂ ਤਾਂ ਦੇਖੋ ਸਾਡੀ ਗਵਰਨਮੈਂਟ ਦਾ ਬਹੁਤ ਅਸੀਂ ਥੈਂਕਫੁਲ ਕਰਦੇ ਹਾਂ ਕਿ ਜਿਹੜੀ ਸਾਡੀ ਗਵਰਨਮੈਂਟ ਹੈ, ਗਵਰਨਮੈਂਟ ਆਫ ਇੰਡੀਆ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਆਪ ਪਾਰਟਿਕੂਲਰ ਇਸ ਚੀਜ਼ ਨੂੰ ਹਾਈਕ ਦੇ ਰਹੇ ਹੈ, ਇਨਵੋਲਵ ਹੋ ਰਹੇ ਹੈ ਡਰੋਨ ਇੰਡਸਟਰੀ ਨੂੰ ਵਧਾਵਾ ਦੇਣ ਵਾਸਤੇ। ਕਿਉਂਕਿ ਇਹ ਇਕੱਲੇ ਸਾਡੇ ਇੰਡੀਆ ਦੇ ਲਈ ਨਹੀਂ, ਅਸੀਂ ਗਲੋਬਲੀ ਜਾਵਾਂਗੇ ਡਰੋਨ ਦੇ ਵਿੱਚ। ਤੇ ਇੰਡੀਆ ਦੇ ਵਿੱਚ ਨੰਬਰ ਆਫ ਪਾਰਟਸ ਮੈਨੂਫੈਕਚਰ ਸਟਾਰਟ ਹੋ ਚੁੱਕੇ ਹੈ ਤੇ ਆਉਣ ਵਾਲੇ ਕੁਝ ਟਾਈਮ ਦੇ ਵਿੱਚ ਅਸੀਂ ਡਰੋਨ ਦੇ ਵਿੱਚ ਬਹੁਤ ਜ਼ਿਆਦਾ ਅਚੀਵਮੈਂਟ ਕਰਾਂਗੇ। ਗਲੋਬਲੀ ਹੱਬ ਬਣੇਗਾ ਸਾਡਾ ਭਾਰਤ ਡਰੋਨ ਇੰਡਸਟਰੀ ਦੇ ਵਿੱਚ। ਜਿਹੜੀ ਤੁਸੀਂ ਗੱਲ ਕੀਤੀ ਹੈ ਮੈਮ ਬ੍ਰੇਨ ਦੇ ਵਿੱਚ ਡਿਫਰੈਂਟ ਟਾਈਪਸ ਦੇ ਫਲਾਈਟ ਕੰਟਰੋਲਰਸ ਇਹਦੇ ਵਿੱਚ ਹੁੰਦੇ ਆ ਤੇ AI ਸਿਸਟਮ ਤੇ ਵੀ ਡਰੋਨ ਕੰਮ ਕਰਦਾ ਹੈ। ਡਿਪੈਂਡ ਕਰਦਾ ਹੈ ਵੀ ਅਸੀਂ ਕਿਸ ਮਸ਼ੀਨਰੀ ਨੂੰ ਕਿਹੜੇ ਪਾਸੇ ਯੂਜ਼ ਕਰਨਾ ਹੈ। ਫੋਰ ਐਗਜ਼ਾਮਪਲ ਐਗਰੀਕਲਚਰ ਪਰਪਸ ਦੇ ਲਈ ਜੇ ਅਸੀਂ ਯੂਜ਼ ਕਰਦੇ, ਸਪ੍ਰੇਇੰਗ ਪਰਪਸ ਆ ਗਿਆ, ਪੈਸਟੀਸਾਈਡ ਸਪ੍ਰੇਇੰਗ ਆ ਗਿਆ, ਡਿਫੈਂਸ ਪੁਲਿਸ ਤੇ ਜਿਵੇਂ ਆਪਾਂ ਕਹਿ ਸਕਦੇ 에ਅਰ ਫੋਰਸ ਲਈ ਉਹਨਾਂ ਦਾ ਪਰਪਸ ਹੈਗਾ ਏਰੀਅਲ ਸਰਵੇਲਾਂਸ ਕਰਨਾ, ਮੋਨੀਟਰਿੰਗ ਕਰਨਾ ਤੇ ਟਾਰਗੇਟ ਅਚੀਵ ਕਰਨਾ। ਉਹ ਡਿਪੈਂਡ ਕਰਦਾ ਫਲਾਈਟ ਕੰਟਰੋਲਰ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਬ੍ਰੇਨ, ਜਿਹੜਾ ਤੁਹਾਡਾ ਟਰਾਂਸਮੀਟਰ ਹੈਗਾ। ਤੁਸੀਂ ਇਹਨੂੰ ਜੋ ਕਮਾਂਡ ਦੋਗੇ ਉੱਥੇ ਬ੍ਰੇਨ ਦੇ ਵਿੱਚ ਉੱਥੇ ਰਿਸੀਵਰ ਲੱਗਿਆ, ਉਹਦੇ ਤੋਂ ਕਮਾਂਡ ਦੋਗੇ ਉੱਥੇ ਰਿਸੀਵਰ ਲੱਗਿਆ ਹੋਇਆ ਹੈ ਤੇ ਇਹ ਰਿਸੀਵ ਕਰੇਗਾ, ਬ੍ਰੇਨ ਨੂੰ ਦੇਗਾ, ਉਹਨੇ ਫਿਰ ਲੈਫਟ ਰਾਈਟ ਫਾਰਵਰਡ ਬੈਕਵਰਡ ਜਾਣਾ ਹੈਗਾ। ਅਦਰਵਾਈਜ਼ ਯੂ ਕੈਨ ਆਪਰੇਟ ਯੂਅਰ particular drone with the help of your laptop or mobile phone। ਤੁਸੀਂ ਕੋਆਰਡੀਨੇਟ ਸੈੱਟ ਕਰੋ ਤੇ ਡਰੋਨ ਆਪਣਾ ਜਿਹੜਾ ਵੀ ਟਾਰਗੇਟ ਹੈ ਅਚੀਵ ਕਰਕੇ ਵਾਪਸ ਸਾਡੀ ਲੋਕੇਸ਼ਨ ਤੇ ਆ ਜਾਏਗਾ। ਅਸੀਂ ਵੀਡੀਓਜ਼ ਦੇਖਦੇ ਹਾਂ ਕਿ ਅੱਜ ਕੱਲ੍ਹ ਪਾਰਸਲ ਡਿਲੀਵਰੀ ਵੀ ਡਰੋਨ ਜਿਹੜਾ ਹੈ ਉਹ ਕਰ ਰਿਹਾ ਹੈਗਾ। ਸੋ ਇਸ ਤਰ੍ਹਾਂ ਦੀ ਕੋਈ ਖਾਸ ਚੀਜ਼ ਦੱਸੋ ਜਿਹੜੀ ਸਾਨੂੰ ਪਤਾ ਹੀ ਨਾ ਹੋਵੇ ਕਿ ਡਰੋਨ ਇਹ ਵੀ ਕਰ ਸਕਦਾ। ਮੈਮ ਪਾਰਸਲ ਤਾਂ ਡਰੋਨ ਕਰ ਹੀ ਰਿਹਾ ਹੈ ਤੇ ਬਹੁਤ ਤਰੀਕੇ ਦੀ ਚੀਜ਼ਾਂ ਹੈਗੀਆਂ ਜਿਹੜਾ ਅਸੀਂ ਐਂਟਰਟੇਨਮੈਂਟ ਦੇ ਵਿੱਚ ਜਾਂਦੇ ਹਾਂ। ਸਭ ਤੋਂ ਪਹਿਲਾਂ ਹੁਣ ਤੁਸੀਂ ਦੇਖੋ ਲਾਈਟ ਸ਼ੋਜ਼ ਡਰੋਨ ਕਰ ਰਹੇ ਹੈ, ਇੰਨੇ ਵੱਡੇ ਲਾਈਟ ਸ਼ੋਜ਼ ਡਰੋਨ ਕਰ ਰਹੇ ਹੈਗੇ ਆ। ਦੂਜੀ ਚੀਜ਼ ਜੇ ਅਸੀਂ ਸੇਫਟੀ ਦੇ ਵੱਲ ਜਾਈਏ, ਫੋਰ ਐਗਜ਼ਾਮਪਲ ਤੁਸੀਂ ਹਿਲੀ ਏਰੀਆ 'ਚ ਚਲੇ ਜਾਓ, ਕਿਸੇ ਵੀ ਹਿਲੀ ਏਰੀਆ 'ਚ ਤੁਸੀਂ ਚਲੇ ਜਾਓ, ਜਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਵੀ ਆਪਣਾ ਕੇਦਾਰਨਾਥ, ਬਦਰੀਨਾਥ ਜਿਵੇਂ ਆਪਦਾ ਉੱਥੇ ਆਈ ਸੀਗੀ, ਉੱਥੇ ਤੁਸੀਂ ਸੇਫਟੀ ਦੇ ਪਰਪਸ ਦੇ ਅਕੋਰਡਿੰਗ ਡਰੋਨ ਨੂੰ ਯੂਜ਼ ਕਰ ਸਕਦੇ ਹੋ। ਜੇ ਤੁਹਾਡੇ ਕੋਲ ਪੇਲੋਡ ਕੈਰੀ ਡਰੋਨ ਹੈਗਾ, ਕੋਈ ਪਰਸਨ ਕਿਤੇ ਜਾਂ ਨਹਿਰ 'ਚ ਡਿੱਗ ਗਿਆ, ਤੁਸੀਂ ਉੱਪਰੋਂ ਟਿਊਬ, ਸੇਫਟੀ ਟਿਊਬ ਡ੍ਰੌਪ ਕਰਕੇ ਉਹਨੂੰ ਤੁਸੀਂ ਸੇਫ ਕਰ ਸਕਦੇ ਹੋ। ਮਾਈਨਿੰਗਸ ਦੇ ਵਿੱਚ ਜਿੱਥੇ ਲਾਈਕ ਆਕਸੀਜਨ ਵੀ ਬਹੁਤ ਘੱਟ ਹੁੰਦਾ, ਉੱਥੇ ਤੁਸੀਂ ਸਰਵੇਇੰਗ ਵਾਸਤੇ, ਮੈਪਿੰਗ ਵਾਸਤੇ ਉਸ ਚੀਜ਼ ਨੂੰ, ਡਰੋਨ ਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਹੁਣ ਮੈਮ ਭਾਰਤ ਦੇ ਵਿੱਚ ਜਿਹੜੇ ਰੂਰਲ ਏਰੀਆ ਹੈਗੇ ਆ, ਪਿੰਡਾਂ ਦੇ ਨਕਸ਼ੇ ਵੀ ਡਰੋਨ ਤੋਂ ਬਣ ਰਹੇ। ਓਕੇ, ਸੋ ਮਤਲਬ ਡਰੋਨ 'ਚ ਜੇ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਏ ਤੇ ਇਸ ਦੀ ਜਿਹੜੀ ਤਾਕਤ ਹੈ ਉਹ ਆਪਣੀ ਹੈਗੀ ਆ। ਇੱਕ ਸਵਾਲ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਬੱਚੇ ਉਹਨਾਂ ਨੂੰ ਫੈਸੀਨੇਟ ਤੇ ਬਹੁਤ ਕਰਦਾ ਹੈ, ਪਰ ਮੈਂ ਇਹ ਵੀ ਦੇਖ ਰਹੀ ਹਾਂ ਕਿ ਤੁਹਾਡਾ ਇੰਸਟੀਚਿਊਟ ਹੈ, ਯਾਨੀ ਕਿ ਸਕੂਲਸ ਦੇ ਵਿੱਚ, ਲੈਬਸ ਦੇ ਵਿੱਚ ਤੁਸੀਂ ਡਰੋਨ ਫਲਾਈਂਗ ਨੂੰ ਸਿਖਾ ਵੀ ਰਹੇ ਹੋ ਤੇ ਕਿਤੇ ਉਹਨਾਂ ਨੂੰ ਉਹਨਾਂ ਦੀ ਮੈਨੂਫੈਕਚਰਿੰਗ ਵੀ ਤੁਸੀਂ ਸਮਝਾਉਂਦੇ ਹੈਗੇ ਹੋ ਵੀ ਕਿਸ ਤਰ੍ਹਾਂ ਬਣਦਾ ਹੈਗਾ। ਸੋ ਨੌਜਵਾਨ ਜਿਹੜਾ ਹੈ ਇਹ ਇਸ ਨੂੰ ਐਜ਼ ਅ ਜੌਬ ਜਾਂ ਐਜ਼ ਅ ਪ੍ਰੋਫੈਸ਼ਨ ਵੀ ਕੈਰੀ ਕਰ ਸਕਦੇ ਆ, ਤੇ ਜੇ ਕੈਰੀ ਕਰ ਸਕਦੇ ਆ ਤਾਂ ਕਿੰਨਾ ਕੁ ਪੈਸਾ ਹੈ? ਮੈਮ ਸਭ ਤੋਂ ਪਹਿਲਾਂ ਜੇ ਆਪਾਂ ਸਟਾਰਟ ਕਰੀਏ, ਦੇਖੋ ਇੱਕ ਬਹੁਤ ਛੋਟਾ ਜਿਹਾ ਡਰੋਨ ਹੈ। ਉਹ ਇਹ ਤੇ ਬਹੁਤ ਛੋਟਾ ਹੈ। ਤੁਸੀਂ ਆਪ ਦੇਖੋ ਇਹ ਬਹੁਤ ਛੋਟਾ ਜਿਹਾ ਡਰੋਨ ਹੈ ਤੇ ਇਹਦੇ ਵਿੱਚ ਇੱਕ ਕੈਮਰਾ ਵੀ ਲੱਗਿਆ ਹੋਇਆ ਹੈ। ਓਕੇ, ਠੀਕ ਹੈ। ਇਹ ਡਰੋਨ ਜਿਹੜਾ ਹੈਗਾ ਸਾਡੀ ਇੰਡੀਆ ਦੀ ਕੰਪਨੀ ਨੇ ਹੀ ਬਣਾਇਆ ਹੋਇਆ ਹੈਗਾ। ਓਕੇ, ਸਾਰੇ ਪਾਰਟਸ ਵਗੈਰਾ, ਫਲਾਈਟ ਕੰਟਰੋਲ, ਪ੍ਰਿੰਟ, ਸਾਰੀ ਚੀਜ਼ਾਂ। ਓਕੇ ਮੈਮ ਜਿਹੜੇ ਛੋਟੇ ਬੱਚੇ ਹੈ 3rd ਕਲਾਸ 4th ਕਲਾਸ ਔਨਵਰਡ,
ਉਹ ਇਸ ਤੋਂ ਸਟਾਰਟ ਕਰ ਸਕਦੇ ਆ ਵੀ ਆਪਾਂ ਇਹਨੂੰ ਕਿਵੇਂ ਬਣਾ ਸਕਦੇ ਆ। ਓਕੇ ਉਸ ਤੋਂ ਬਾਅਦ ਜੇ ਉਹ ਕੰਟੀਨਿਊਸਲੀ ਇਹਦੇ ਵਿੱਚ ਰਹਿਣ, ਉਹਨਾਂ ਨੂੰ ਪਤਾ ਲੱਗੇਗਾ ਵੀ ਇਹਦਾ ਜਿਹੜਾ ਪ੍ਰੋਪੈਲਰ ਹੈ ਉਹ ਕਿਵੇਂ ਬਣਦਾ, ਮੋਟਰ ਕਿਵੇਂ ਬਣਦੀ ਹੈ, ਫਰੇਮ ਕਿਵੇਂ ਡਿਜ਼ਾਈਨ ਹੁੰਦਾ ਹੈ, ਨੰਬਰ ਆਫ ਪਾਰਟਸ ਜਿਹੜੇ ਹੈਗੇ ਇਹਦੇ ਵਿੱਚ ਇਨਵੋਲਵ ਹੈਗੇ ਆ। ਜੇ ਆਪਾਂ ਕਰੀਅਰ ਦੀ ਗੱਲ ਕਰੀਏ, ਜੇ 100 ਬੱਚਿਆਂ ਨੇ ਇਹ ਚੀਜ਼ ਸਿੱਖੀ ਹੈ ਛੋਟੇ ਤੋਂ ਜਾ ਕੇ, ਫਿਰ ਤੁਸੀਂ ਦੇਖ ਰਹੇ ਹੋ ਸਾਡੇ ਕੋਲ ਵੱਡੇ ਡਰੋਨ ਹੈਗੇ ਆ, ਛੋਟੇ ਤੋਂ ਜਾ ਕੇ ਵੱਡੇ ਵੀ ਡਿਫਰੈਂਟ ਫਲਾਈਟ ਕੰਟਰੋਲਰਸ ਦੇ ਅਕੋਰਡਿੰਗ ਜੇ ਬੱਚਾ ਕੰਮ ਕਰਦਾ ਹੈ, ਕਿਤੇ ਨਾ ਕਿਤੇ ਬੱਚੇ ਦੇ ਮਾਈਂਡ 'ਚ ਇੱਕ ਚੀਜ਼ ਆਉਂਦੀ ਹੈ ਵੀ ਜਿਹੜੀ ਚੀਜ਼ ਇਹ ਮੋਟਰ ਹੈਗੀ ਹੈ, ਮੈਂ ਇਸ ਦੀ ਮੈਨੂਫੈਕਚਰਿੰਗ ਕਿਵੇਂ ਸਟਾਰਟ ਕਰਾਂ, ਜਾਂ ਪ੍ਰੋਪੈਲਰ ਦੀ ਮੈਨੂਫੈਕਚਰਿੰਗ ਕਿਵੇਂ ਸਟਾਰਟ ਕਰਾਂ, ਫਲਾਈਟ ਕੰਟਰੋਲਰ ਦੀ ਮੈਨੂਫੈਕਚਰਿੰਗ ਕਿਵੇਂ ਸਟਾਰਟ ਕਰਾਂ, ਇਹ ਜਿਹੜੀ ਇਹਦੇ 'ਚ ਬੈਟਰੀ ਰੱਖੀ ਹੈ, ਬੈਟਰੀ ਮੈਂ ਕਿਵੇਂ ਮੈਨੂਫੈਕਚਰ ਕਰ ਸਕਦਾ। ਲੋਟਸ ਆਫ ਕੰਪੋਨੈਂਟਸ ਹੈਗੇ ਆ ਮੈਮ ਇਹਦੇ ਵਿੱਚ। ਫਿਊਚਰ ਬਹੁਤ ਜ਼ਿਆਦਾ ਬ੍ਰਾਈਟ ਹੈਗਾ ਸਟੂਡੈਂਟਸ ਦਾ, ਕਿਡਸ ਦਾ, ਜੇ ਵਧੀਆ ਤਰੀਕੇ ਨਾਲ ਇਹਦੇ 'ਚ ਉਹ ਇਨਵੋਲਵ ਹੋਣਗੇ। ਪੈਸਾ ਵੀ ਹੈ? ਪੈਸਾ ਵੀ ਹੈ ਮੈਮ, ਬਹੁਤ ਜ਼ਿਆਦਾ ਪੈਸਾ ਹੈ, ਅਰਨਿੰਗ ਹੈਗੀ ਹੈ, ਵਧੀਆ ਅਰਨਿੰਗ ਹੈਗੀ ਹੈ, ਡੈਫੀਨੇਟਲੀ ਵਧੀਆ ਅਰਨਿੰਗ ਹੈਗੀ ਹੈ। ਟ੍ਰੇਨਿੰਗਸ ਦੇ ਵਿੱਚ ਵੀ ਵਧੀਆ ਅਰਨਿੰਗ ਹੈਗੀ ਹੈ, ਬੀਇੰਗ ਅ ਟੀਚਰ ਵੀ ਵਧੀਆ ਅਰਨਿੰਗ ਹੈਗੀ ਹੈ, ਤੇ ਪ੍ਰੋਫੈਸ਼ਨਲ ਜੇ ਤੁਸੀਂ ਡਰੋਨ ਮੈਨੂਫੈਕਚਰ ਕਰਦੇ ਹੋ ਤਾਂ ਅਰਨਿੰਗ ਹੈਗੀ ਹੈ, ਡੈਫੀਨੇਟਲੀ ਹੈਗੀ। ਦੈਟਸ ਵਾਈ ਵੀ ਆਰ ਸਿਟਿੰਗ ਹੇਅਰ। ਮੈਂ ਸਵਾਲ ਕਰਨਾ ਚਾਹੂੰਗੀ, ਹਾਲਾਂਕਿ ਸਾਡੀ ਆਫ ਦ ਕੈਮਰਾ ਗੱਲ ਹੋਈ ਸੀਗੀ, ਬਟ ਸਟਿਲ ਆਈ ਵੁੱਡ ਲਾਈਕ ਟੂ ਆਸਕ। ਮੁੰਡਾ ਇੱਕ ਟੈਕਸੀ ਚਲਾਉਂਦਾ ਸੀ, ਬਹੁਤ ਕੁਛ ਕੀਤਾ ਉਹਨੇ, ਤੇ ਅੱਜ ਉਹ ਪੁਲਿਸੀਆਂ ਨੂੰ ਤੇ ਫੌਜੀਆਂ ਨੂੰ ਡਰੋਨ ਉਡਾਉਣਾ ਸਿਖਾ ਰਿਹਾ ਹੈ। ਮੈਮ ਸਮ ਟਾਈਮ ਕੀ ਹੁੰਦਾ ਹੈ ਵੀ ਟਾਈਮ ਜਿਹੜਾ ਹੁੰਦਾ ਹੈ ਸਾਡੇ ਫੇਵਰ 'ਚ ਨਹੀਂ ਹੁੰਦਾ, ਪਰ ਸਾਨੂੰ ਕਦੇ ਹਾਰ ਨਹੀਂ ਮਾਨਣੀ ਚਾਹੀਦੀ ਹੈ। ਹਮੇਸ਼ਾ ਮੈਂ ਆਪਣੇ ਮਾਈਂਡ 'ਚ ਇੱਕੋ ਚੀਜ਼ ਰੱਖੀ ਹੈ, ਆਈ ਕੈਨ ਐਂਡ ਆਈ ਵਿਲ। ਸੋ ਲੋਕਡਾਊਨ ਦੇ ਵਿੱਚ ਬਹੁਤ ਸਾਰੇ ਲੋਕਾਂ ਲਈ ਅਪਸ ਐਂਡ ਡਾਊਨ ਆਏ ਸੀਗੇ। ਅਸੀਂ ਵੀ ਚੰਡੀਗੜ੍ਹ ਪੁਲਿਸ ਨਾਲ ਫ੍ਰੀ ਆਫ ਕਾਸਟ ਸਰਵਿਸ ਪ੍ਰੋਵਾਈਡ ਕੀਤੀ ਸੀਗੀ, ਡਰੋਨ ਦਾ ਸਰਵੇ ਕੀਤਾ ਸੀਗਾ, ਹੈਲਪ ਕੀਤੀ ਸੀਗੀ ਪੁਲਿਸ ਦੀ। ਉਸ ਤੋਂ ਬਾਅਦ ਫਾਈਨੈਂਸ਼ੀਅਲ ਇਸ਼ੂਜ਼ ਤਾਂ ਰਹਿੰਦੇ ਹੀ ਹੈ ਮੈਮ, ਤੇ ਠੀਕ ਹੈ ਸਾਡਾ ਘਰ ਦਾ ਆਪਣਾ ਟੈਕਸੀਆਂ ਦਾ ਕੰਮ ਹੈਗਾ, ਤੇ ਮੈਨੂੰ ਕਦੇ ਸ਼ਰਮ ਨਹੀਂ ਆਈ, ਮੈਂ ਆਪ ਉਹ ਟੈਕਸੀ ਡਰਾਈਵ ਕਰਕੇ ਜਾਂਦਾ ਸੀਗਾ, ਡਰਾਈਵਰਸ ਅਵੇਲੇਬਲ ਨਹੀਂ ਸੀ, ਕਿ ਮੈਂ ਕੰਮ ਕੀਤਾ, ਮੈਂ ਟੈਕਸੀ ਚਲਾਈ ਹੈ, ਐਂਡ ਆਈ ਪ੍ਰਾਊਡਲੀ ਸੇ ਕਿ ਮੈਂ ਉਹ ਵੀ ਕੰਮ ਕੀਤਾ ਤੇ ਇਹ ਵੀ ਕੰਮ ਕਰ ਰਿਹਾ। ਤੇ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ, ਬਟ ਤੁਹਾਡੀ ਜਿਹੜੀ ਵਿਲ ਪਾਵਰ ਹੈ ਉਹ ਸਟਰੋਂਗ ਹੋਣੀ ਚਾਹੀਦੀ ਹੈ। ਡਰੋਬੋਟ ਕੀ ਹੈ? ਡਰੋਬੋਟ ਇਜ਼ ਆ ਨਿਊ ਵੈਂਚਰ ਮੈਮ। ਅਸੀਂ ਰੀਸੈਂਟਲੀ ਡਰੋਨਸ ਐਂਡ ਰੋਬੋਟਸ ਦੇ ਕੰਬੀਨੇਸ਼ਨ ਦੇ ਅਕੋਰਡਿੰਗ ਇੱਕ ਕੰਪਨੀ ਲਾਂਚ ਕੀਤੀ ਹੈ, ਦੈਟ ਇਜ਼ ਡਰੋਬੋਟ UAV ਪ੍ਰਾਈਵੇਟ ਲਿਮਿਟਿਡ। ਇਹ ਡਰੋਬੋਟ UAV ਪ੍ਰਾਈਵੇਟ ਲਿਮਿਟਿਡ ਕੀ ਕਰਦੇ, ਇਹਦੇ ਵਿੱਚ ਕੰਪਲੀਟ ਮੈਨੂਫੈਕਚਰਿੰਗ ਅਸੀਂ ਡਰੋਨਸ ਦੀ ਕਰ ਰਹੇ ਹਾਂ, ਡਿਫਰੈਂਟ ਟਾਈਪਸ ਦੀ। ਤੇ ਸਾਡੇ 3-4 ਜਿਹੜੇ ਪ੍ਰੋਡਕਟਸ ਹੈਗੇ ਆ, ਜਿਵੇਂ ਸਾਡਾ ਲੋ ਐਂਡ ਇਨਫੋਰਸਮੈਂਟ ਡਰੋਨ ਹੈਗਾ ਮੈਮ, ਵਿਦ ਵਾਇਰਲੈਸ ਮੈਗਾਫੋਨ ਐਂਡ ਆਲ, ਅਨਾਉਂਸਮੈਂਟ ਕਰਨ ਵਾਸਤੇ। ਤੇ ਐਗਰੀਕਲਚਰ ਡਰੋਨ ਅਸੀਂ ਯੂਜ਼ ਕਰ ਰਹੇ ਹਾਂ, ਇਹਦੇ 'ਚ ਅਸੀਂ ਪੇਲੋਡ ਲਾ ਕੇ ਕ੍ਰੌਪਸ ਦੀ ਮੋਨੀਟਰਿੰਗ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ, ਕਿਤੇ ਕ੍ਰੌਪਸ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਹੈ, ਜੇ ਕੋਈ ਡਿਸੀਜ਼ ਆ ਰਿਹਾ ਸੀ ਉੱਥੇ ਅਸੀਂ ਜੇ ਸਟਾਪ ਕਰ ਸਕੀਏ ਤਾਂ ਆਪਾਂ ਕਰ ਸਕਦੇ ਹਾਂ। ਪੈਸਟੀਸਾਈਡ ਸਪਰੇਇੰਗ ਵਾਸਤੇ ਹੁਣ ਤੁਸੀਂ ਦੇਖ ਲਓ ਸਾਡੇ ਪੰਜਾਬ ਦੇ ਵਿੱਚ ਵੀ ਲੇਬਰ ਬਹੁਤ ਜ਼ਿਆਦਾ ਸਾਨੂੰ ਘੱਟ ਮਿਲਦੀ ਹੈ ਐਂਡ ਆਲ, ਤੇ ਅਸੀਂ ਯੂਜ਼ ਕਰ ਰਹੇ ਹਾਂ। ਤੇ ਇਟਸ ਅ ਮੈਨੂਫੈਕਚਰਿੰਗ ਕੰਪਨੀ ਜਿਹਦੇ 'ਚ ਅਸੀਂ ਡਰੋਨ ਪ੍ਰੋਪਰ ਮੈਨੂਫੈਕਚਰ ਕਰ ਰਹੇ ਹਾਂ। ਓਕੇ ਠੀਕ ਹੈ। ਤੇ ਹੁਣ ਮੈਨੂਫੈਕਚਰਿੰਗ ਵਿੱਚ ਵੀ ਆ ਗਏ ਹੈ ਸਨੀ, ਤੇ ਅਸੀਂ ਇਹਨਾਂ ਜ਼ਰੂਰ ਚਾਹਾਂਗੇ ਕਿ ਜਿਹੜੇ ਵੀ ਜਿਸ ਤਰ੍ਹਾਂ ਦੇ ਵੀ ਟਾਰਗੇਟਸ ਨੂੰ ਅਚੀਵ ਕਰਨ ਲਈ ਡਰੋਨਸ ਜਿਹੜੇ ਆ ਬਣ ਰਹੇ ਹੈ, ਤੁਸੀਂ ਇਹ ਜ਼ਰੂਰ ਕਹੋ ਕਿ ਇਹ ਸਾਰਾ ਕੁਝ ਜਿਹੜਾ ਹੈ ਇੱਕ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੋ ਰਿਹਾ, ਬਿਕਾਜ਼ ਮਤਲਬ ਗਵਰਨਮੈਂਟ ਬਹੁਤ ਜ਼ਿਆਦਾ ਕਹਿੰਦੀ ਹੈ ਕਿ ਤੁਸੀਂ ਇੱਥੇ ਡਰੋਨ ਯੂਜ਼ ਨਹੀਂ ਕਰ ਸਕਦੇ, ਤੁਸੀਂ ਇੱਥੇ ਡਰੋਨ ਯੂਜ਼ ਨਹੀਂ ਕਰ ਸਕਦੇ, ਜਿਵੇਂ ਗੋਲਡਨ ਟੈਂਪਲ ਦੇ ਆਸ-ਪਾਸ ਤੁਸੀਂ ਡਰੋਨ ਯੂਜ਼ ਨਹੀਂ ਕਰ ਸਕਦੇ, ਦਰਬਾਰ ਸਾਹਿਬ ਦੇ ਕੋਲ ਜਿਹੜੇ ਸਿਕਿਉਰਿਟੀ ਰੀਜ਼ਨਸ ਦੇ ਕਰਕੇ। ਸੋ ਉਹ ਜਿਹੜੀ ਟੈਕਨੀਕੈਲਿਟੀ ਹੈ, ਲੀਗਲ ਟੈਕਨੀਕੈਲਿਟੀ ਕੀ ਕਹਿੰਦੀ ਹੈਗੀ ਹੈ ਜੀ? ਮੈਮ ਲੀਗਲ ਟੈਕਨੀਕੈਲਿਟੀਜ਼ ਦੇ ਅੰਦਰ 3 ਰੀਜ਼ਨ ਹੈਗੇ ਆ, ਰੈੱਡ, ਯੈਲੋ ਤੇ ਗ੍ਰੀਨ ਜ਼ੋਨ। ਓਕੇ। ਰੈੱਡ ਜ਼ੋਨ ਇੱਕ ਟ੍ਰੋਪੋਗੋ ਐਪਲੀਕੇਸ਼ਨ ਹੈਗੀ ਹੈ। ਟ੍ਰੋਪੋਗੋ ਐਪਲੀਕੇਸ਼ਨ ਦੇ ਵਿੱਚ ਤੁਸੀਂ DGCA ਦੇ ਪੋਰਟਲ ਤੇ ਵੀ ਜਾ ਕੇ ਜੇ ਕਿਸੇ ਨੇ ਵੀ ਡਰੋਨ ਫਲਾਈਂਗ ਕਰਨਾ ਹੈ, ਇਹ ਲਾਈਨ ਕੰਟੀਨਿਊ ਕਰਨ ਤੋਂ ਪਹਿਲਾਂ ਮੈਂ ਸਾਰੇ ਜਿਹੜੇ ਡਰੋਨ ਆਪਰੇਟਰਸ ਹੈਗੇ ਆ ਪੰਜਾਬ ਰੀਜਨ ਦੇ ਵਿੱਚ ਜਾਂ ਸਾਡੀ ਕੰਟਰੀ ਦੇ ਵਿੱਚ ਕਿਤੇ ਵੀ, ਉਹ ਮੋਸਟਲੀ ਫੈਂਟਮ ਡਰੋਨ ਯੂਜ਼ ਕਰਦੇ ਫॉर ਦੀ ਵੀਡੀਓਗ੍ਰਾਫੀ ਪਰਪਸ। ਓਕੇ। ਤੇ ਇਹ ਡਰੋਨ ਵੀ ਫਲਾਈ ਕਰਨ ਦਾ ਇੱਕ ਪਰਪਸ ਹੈਗਾ, ਤੁਸੀਂ ਕਿਸ ਤਰ੍ਹਾਂ ਇਹਨੂੰ ਫਲਾਈ ਕਰ ਸਕਦੇ ਹੋ। ਰੈੱਡ ਜ਼ੋਨ ਮੀਨ ਟੂ ਸੇ ਦੈਟ ਤੁਸੀਂ ਡਰੋਨ ਬਿਲਕੁਲ ਵੀ ਫਲਾਈ ਨਹੀਂ ਕਰਨਾ। ਓਕੇ। ਯੈਲੋ ਜ਼ੋਨ ਯੂ ਨੀਡ ਟੂ ਟੇਕ ਪਰਮਿਸ਼ਨ ਫਰੋਮ DGCA ਜਾਂ ਲੋਕਲ ਅਥਾਰਟੀ, ਜੇ ਤੁਹਾਨੂੰ ਬਹੁਤ ਜ਼ਿਆਦਾ ਰਿਕੁਆਇਰਡ ਹੈਗਾ, ਕੋਈ ਤੁਸੀਂ ਜੇ ਡਰੋਨ ਬਣਾਇਆ ਉਹਦੀ ਟੈਸਟਿੰਗ ਕਰਨੀ ਹੈ ਜਾਂ ਕੋਈ ਸਰਵੇ ਮੈਪਿੰਗ ਕਰਨੀ ਹੈ, ਦੈਨ ਯੂ ਨੀਡ ਟੂ ਟੇਕ ਪਰਮਿਸ਼ਨ। ਤੇ ਗ੍ਰੀਨ ਜ਼ੋਨ ਦੇ ਵਿੱਚ ਯੂ ਆਰ ਫ੍ਰੀ ਟੂ ਫਲਾਈ ਯੂਅਰ ਡਰੋਨ। ਗ੍ਰੀਨ ਜ਼ੋਨ ਦੇ ਵਿੱਚ ਤੁਸੀਂ ਫਲਾਈ ਗ੍ਰੀਨ ਜ਼ੋਨਸ ਕਿਹੜੀਆਂ ਹੈਗੀਆਂ ਮੈਮ? ਗ੍ਰੀਨ ਜ਼ੋਨ ਮੈਮ ਜਦੋਂ ਤੁਸੀਂ ਮੈਪ ਓਪਨ ਕਰੋਗੇ ਤੁਹਾਨੂੰ ਦਿਖ ਜਾਏ, ਜਿਵੇਂ 에ਅਰਪੋਰਟ ਤੋਂ 20-30 ਕਿਲੋਮੀਟਰ ਅਵੇ ਤੁਸੀਂ ਕਹਿ ਲਓ ਵੀ ਉਹ ਕੰਪਲੀਟਲੀ ਗ੍ਰੀਨ ਜ਼ੋਨ ਹੈਗਾ। ਐਦਾਂ ਦੇ ਪਲੇਸ ਜਿੱਥੇ ਕੋਈ ਵੀ ਸਾਡੀ ਜਿਵੇਂ ਨੈਸ਼ਨਲ ਏਜੰਸੀਜ਼ ਹੈ,
एयरपोर्ट हो गया, एयरफोर्स एरिया हो गया, डिफेंस एरिया हो गया, इस तो बहुत ज़्यादा फार अवे, इट्स ऑल आर ग्रीन जोन। ਅੱਛਾ, ਇੱਕ ਗੱਲ ਹੋਰ ਹੈ ਕਿ ਜਿਵੇਂ ਸਾਡਾ ਤੇ ਇੱਥੇ ਜਿਹੜਾ ਤਾਰਾਂ ਦਾ ਨੈਟਵਰਕ ਹੈ ਸਾਰਾ ਓਪਨ ਹੈਗਾ ਤੇ ਹਰ ਕਿਤੇ ਸਾਨੂੰ ਤਾਰਾਂ ਹੀ ਤਾਰਾਂ, ਖੁੱਲੀਆਂ ਤਾਰਾਂ ਨਜ਼ਰ ਆਉਂਦੀਆਂ ਆਪਣੇ, ਖਾਸ ਕਰਕੇ ਭਾਰਤ ਦੇ ਵਿੱਚ ਤਾਂ ਇਹੀ ਕੁਛ ਹੈ। ਸੋ ਅਜਿਹੇ ਵਿੱਚ ਜਦੋਂ ਇੰਨੀਆਂ ਤਾਰਾਂ ਹੁੰਦੀਆਂ ਕਿੰਨਾ ਕੁ ਡਿਫਿਕਲਟ ਲੱਗਦਾ ਕਿ ਵੀ ਇੱਥੋਂ ਅਸੀਂ ਮੂਵ ਕਰ ਸਕੀਏ ਡਰੋਨ ਨੂੰ? ਮੈਮ ਇਟਸ ਡਿਪੈਂਡ ਅਪਨ ਸਕਿੱਲ। ਜਿਹੜੇ ਡਰੋਨ ਪਾਇਲਟਸ ਹੈ, ਡਰੋਨ ਪਾਇਲਟ ਟ੍ਰੇਨਿੰਗ ਕਿਉਂ ਸਟਾਰਟ ਕੀਤੀ ਗਈ ਹੈ ਵੀ ਜਿਹੜੇ ਡਰੋਨ ਸਿੱਖਣਾ ਚਾਹੁੰਦੇ ਹੈ, ਡਰੋਨ ਦੇ ਵਿੱਚ ਆਪਣਾ ਕਰੀਅਰ ਬਿਲਡ ਕਰਨਾ ਚਾਹੁੰਦੇ ਹੈ, ਉਹ ਡਰੋਨ ਪਾਇਲਟ ਟ੍ਰੇਨਿੰਗ ਲੈ ਕੇ ਪ੍ਰੋਪਰ ਟ੍ਰੇਨਿੰਗ ਦੇ ਅਕੋਰਡਿੰਗ ਡਰੋਨ ਫਲਾਈ ਕਰਨ। ਉਹਦੇ ਵਿੱਚ ਦੱਸਿਆ ਜਾਂਦਾ, ਸਿਖਾਇਆ ਜਾਂਦਾ ਤੁਸੀਂ ਕਿਵੇਂ ਡਰੋਨ ਨੂੰ ਫਲਾਈ ਕਰਨਾ ਹੈ। ਜਿਹੜੀ ਤਾਰਾਂ ਦੀ ਗੱਲ ਕਹਿ ਰਹੇ ਹੋ, ਇਫ ਆਈ ਐਮ ਅ ਪਾਇਲਟ, ਜੇ ਮੇਰੇ ਕੋਲ ਵਧੀਆ ਸਕਿੱਲ ਹੈ, ਮੈਨੂੰ ਪਤਾ ਮੈਂ ਇਸ ਤਰ੍ਹਾਂ ਡਰੋਨ ਫਲਾਈ ਨਹੀਂ ਕਰਨਾ ਤੇ ਡਿਫਿਕਲਟੀਜ਼ ਨਹੀਂ ਹੈਗੀਆਂ ਜੇ ਆਪਾਂ ਪ੍ਰੋਪਰ ਰੂਲਸ ਰੈਗੂਲੇਸ਼ਨਸ ਦੇ ਅਕੋਰਡਿੰਗ ਪ੍ਰੋਪਰ ਅਸੀਂ ਡਰੋਨ ਨੂੰ ਇੱਕ ਟॉय ਨਾ ਸਮਝ ਕੇ, ਮਸ਼ੀਨਰੀ ਸਮਝ ਕੇ, ਲਾਈਕ ਆ ਵਹੀਕਲ, ਕਾਰ, ਪਲੇਨ, ਇਟਸ ਆਲਸੋ ਅ 에ਅਰਕ੍ਰਾਫਟ ਸਮਝ ਕੇ ਜੇ ਆਪਾਂ ਫਲਾਈ ਕਰਾਂਗੇ, ਜਿਵੇਂ ਰੋਡ ਤੇ ਟੋਏ ਹੈਗੇ ਆ road ਤੇ ਗੱਡੀ ਚੱਲਦੀ ਹੈ, ਉਵੇਂ ਉੱਪਰ ਤਾਰਾਂ ਹੈਗੀਆਂ ਅਸਮਾਨ 'ਚ, ਤਾਂ ਵੀ ਡਰੋਨ ਜਿਹੜਾ ਚੱਲਦਾ ਹੈ ਮੈਮ। ਡਰੋਨ ਵਿਦਆਊਟ ਐਕਸੀਡੈਂਟ। ਬਿਲਕੁਲ ਮੈਮ, ਜਿਵੇਂ ਗੱਡੀ 5 ਲੱਖ ਰੁਪਏ ਤੋਂ ਲੈ ਕੇ 50 ਲੱਖ ਦੀ ਹੈਗੀ ਹੈ, 5 ਕਰੋੜ ਦੀ ਹੈ, ਉਸ ਤਰ੍ਹਾਂ ਹੀ ਡਰੋਨ 1 ਲੱਖ ਰੁਪਏ ਤੋਂ ਲੈ ਕੇ 1 ਕਰੋੜ 2 ਕਰੋੜ ਤੱਕ ਦੇ ਵੀ ਡਰੋਨਸ ਹੈਗੇ ਹੈ। ਓਕੇ, ਸੋ ਆਲ ਦ ਬੈਸਟ, ਕੀਪ ਫਲਾਈਂਗ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਸੋ ਆਪਾਂ ਕੋਸ਼ਿਸ਼ ਕੀਤੀ ਤੁਹਾਨੂੰ ਦੱਸਣ ਦੀ ਕਿ ਜਿਹੜੇ ਡਰੋਨਸ ਪੁਲਿਸਿਆਂ ਨੂੰ ਸਿਖਾਉਂਦੇ ਆ, ਫੌਜੀਆਂ ਨੂੰ ਸਿਖਾਉਂਦੇ ਆ, ਬੱਚਿਆਂ ਨੂੰ ਸਿਖਾਉਂਦੇ ਆ ਡਰੋਨਸ ਉਡਾਉਣਾ, ਉਹਦੇ ਪਿੱਛੇ ਟੈਕਨੀਕੈਲਿਟੀਜ਼ ਕਿੰਨੀਆਂ ਹੈਗੀਆਂ, ਇਸ ਦੇ ਪਿੱਛੇ ਪ੍ਰੋਫੈਸ਼ਨ ਕੀ ਹੋ ਸਕਦਾ, ਤੁਹਾਡਾ ਫਿਊਚਰ ਕੀ ਹੋ ਸਕਦਾ। ਅਸੀਂ ਅਕਸਰ ਜੌਬਸ ਲੱਭਦੇ ਹਾਂ, ਅਸੀਂ ਬੱਚਿਆਂ ਦੀ ਕਰੀਅਰ ਕਾਉਂਸਲਿੰਗ ਕਰਾਉਂਦੇ ਹਾਂ ਕਿ ਬੱਚੇ ਨੂੰ ਪਤਾ ਨਹੀਂ ਕੀ ਕਰਵਾਈਏ, ਅਸੀਂ ਇਸ ਸਾਈਡ ਤੇ ਭੇਜੀਏ ਤੇ ਕਿ ਇਸ ਸਾਈਡ ਤੇ ਭੇਜੀਏ। ਹੁਣ ਤੁਹਾਨੂੰ ਪਤਾ ਲੱਗਿਆ ਕਿ ਇੱਕ ਹੋਰ ਸਾਈਡ ਹੈ ਜਿੱਥੇ ਤੁਸੀਂ ਬੱਚਿਆਂ ਨੂੰ ਭੇਜ ਸਕਦੇ ਹੈਗੇ ਹੋ। ਵੀਡੀਓ ਜਰਨਲਿਸਟ ਅਸ਼ੋਕ ਦੇ ਨਾਲ ਪੁਨੀਤ ਕੌਰ, ਸਕੂਲ ਪੰਜਾਬ।